ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕਲਗੀਧਰ ਜੀ ਨੂੰ ਅਦੁੱਤੀ ਪ੍ਰੇਮ ਭੇਟਾਵਾਂ। ਸੰਮਤ 1736 ਦੀ ਵਿਸਾਖੀ ਆ ਰਹੀ ਸੀ। ਗੁਰੂ ਅਮਰਦਾਸ ਜੀ ਦੇ ਸਮੇਂ ਤੋਂ ਵਿਸਾਖੀ ਸਮੇਂ ਮੇਲਾ ਕਰਨ ਦਾ ਰਿਵਾਜ ਚਲਾਇਆ ਗਿਆ ਸੀ, ਜੋ ਉਹਨਾਂ ਦੇ ਸਮੇਂ ਤੋਂ ਹੀ ਪ੍ਰਚਲਿਤ ਸੀ। ਕਈ ਸਿੱਖ ਵੀ ਐਸੇ ਸਨ ਜੋ ਹਰ ਵਿਸਾਖੀ ਦੇ ਮੇਲੇ 'ਤੇ ਪੁੱਜਦੇ ਅਤੇ ਕਈਆਂ ਦਾ ਵਿਸਾਖੀ 'ਤੇ ਗੁਰੂ ਘਰ ਦੇ ਦਰਸ਼ਨ ਕਰਨ ਦਾ ਨੇਮ ਬਣਿਆ ਹੋਇਆ ਸੀ। ਕਈ ਦੂਰ ਦੂਰ ਦੇ ਸਿੱਖ ਕਈ ਸਾਲਾਂ ਮਗਰੋਂ ਇਸੇ ਮੇਲੇ 'ਤੇ ਹੀ ਗੁਰੂ ਜੀ ਦੇ ਦਰਸ਼ਨ ਕਰਨ ਲਈ ਆਉਂਦੇ। ਗਜਨੀ, ਬਲਖ, ਬੁਖਾਰਾ ਅਤੇ ਕਾਬਲ ਦੀ ਸੰਗਤ ਇਸ ਮੇਲੇ 'ਤੇ ਇਸ ਸਾਲ ਪੁੱਜੀ। ਗਜਨੀ ਅਤੇ ਕਾਬਲ ਦੇ ਸਿੱਖਾਂ ਨੇ ਬੜੀਆਂ ਸੁੰਦਰ ਸੁਗਾਤਾਂ ਗੁਰੂ ਜੀ ਨੂੰ ਭੇਟ ਦੇਣ ਲਈ ਲਿਆਂਦੀਆਂ। ਗਲੀਚੇ ਅਤੇ ਹੋਰ ਇਸ ਤਰ੍ਹਾਂ ਦੀਆਂ ਅਨੇਕਾਂ ਭਾਂਤ ਦੀਆਂ ਵਸਤਾਂ ਦੇ ਗੁਰੂ ਜੀ ਦੇ ਅੱਗੇ ਢੇਰ ਲੱਗ ਗਏ। ਪਰ ਸਭ ਤੋਂ ਸੁੰਦਰ ਅਤੇ ਕੀਮਤੀ ਵਸਤੂ ਜੋ ਇਸ ਸਮੇਂ ਗੁਰੂ ਜੀ ਦੀ ਭੇਟਾ ਹੋਈ, ਉਹ ਪਸ਼ਮੀਨੇ ਦੀ ਚਾਂਦਨੀ ਅਤੇ ਸ਼ਾਮਿਆਨਾ ਸੀ। ਇਸ ਸ਼ਾਮਿਆਨੇ ਨੂੰ ਖੜ੍ਹਾ ਕਰਨ ਲਈ ਚੋਭਾਂ ਬਾਂਸ ਚਾਂਦੀ ਦੇ ਬਣਾਏ ਗਏ ਸਨ। ਵਿਚਲੇ ਮੰਡਪ ਦਾ ਕਲਸ਼ ਸੋਨੇ ਦਾ ਅਤੇ ਝਾਲਰਾਂ ਸੁੱਚੇ ਮੋਤੀ ਦੀਆਂ ਸਨ, ਜੋ ਚਾਰੇ ਪਾਸੇ ਝਿਲਮਿਲ ਲਿਸ਼ਕਾਰੇ ਮਾਰਦੀਆਂ ਅਤੇ ਉਸ ਦੀ ਸੁੰਦਰ ਚਿੱਤਰਕਾਰੀ ਨੂੰ ਦਿਨ ਵੇਲੇ ਹੀ ਪ੍ਰਗਟ ਕਰਦੀਆਂ। ਇਹ ਸਭ ਤੋਂ ਸੁੰਦਰ ਸੌਗਾਤ ਸੀ ਜੋ ਕਾਬਲ ਦੇ ਇੱਕ ਧਨਾਢ ਵਪਾਰੀ ਸਿੱਖ ਦੁਨੀ ਚੰਦ ਨੇ ਭੇਟ ਕੀਤੀ ਸੀ ਅਤੇ ਜਿਸ ਦੀ ਪੁੱਤਰ ਦੀ ਕਾਮਨਾ ਗੁਰੂ ਘਰੋਂ ਪੂਰੀ ਹੋਈ। ਸੁੰਦਰ ਮੋਤੀਆਂ ਵਾਲੀ ਕਲਗੀ ਅਤੇ ਜਿਗਾ ਸਜਾਉਣ ਵਾਲੇ ਬਾਂਕੇ ਸਤਿਗੁਰ ਜਦ ਇਸ ਸ਼ਾਮਿਆਨੇ ਦੇ ਥੱਲੇ ਆਪਣੇ ਸਿੰਘਾਸਨ ਉੱਤੇ ਬੈਠਦੇ ਤਾਂ ਇਉਂ ਪ੍ਰਤੀਤ ਹੁੰਦਾ ਕਿ ਇੰਦਰਪੁਰੀ ਇਸ ਧਰਤੀ 'ਤੇ ਹੀ ਉਤਰ ਆਈ ਹੈ। ਇਸ ਸ਼ਾਮਿਆਨੇ ਦੀ ਸ਼ਾਹੀ ਸ਼ਾਨ ਨੇ ਆਲੇ ਦੁਆਲੇ ਦੇ ਪਹਾੜੀ ਰਾਜਿਆਂ ਨੂੰ ਵੀ ਚਕਾਚੌਂਧ ਕਰ ਦਿੱਤਾ। ਵੱਡੀ ਉਮਰ ਵਾਲੇ ਅਹਿਲਕਾਰ ਅਤੇ ਕਈ ਰਾਜਿਆਂ ਨੂੰ ਵੀ ਪਤਾ ਸੀ ਕਿ ਇਸ ਗੁਰੂ ਦੇ ਬਾਬੇ ਗੁਰੂ ਨੇ ਵੀ 2 ਤਲਵਾਰਾਂ ਪਹਿਨੀਆਂ ਸਨ ਅਤੇ ਔਰੰਗਜ਼ੇਬ ਦੇ ਪਿਓ ਸ਼ਾਹਜਹਾਨ ਨਾਲ 4 ਜੰਗਾਂ ਕੀਤੀਆਂ ਸਨ ਅਤੇ ਸ਼ਾਹੀ ਫੌਜ ਦੀਆਂ ਲਾਸ਼ਾਂ ਦੇ ਢੇਰ ਲਾ ਕੇ ਬਾਦਸ਼ਾਹੀ ਨੂੰ ਕੰਬਣੀ ਛੇੜ ਕੇ ਚੁੱਪ ਕਰਾ ਦਿੱਤਾ ਸੀ। ਬਾਬੇ ਗੁਰੂ ਦੇ ਪਿਤਾ ਨੂੰ ਜਹਾਂਗੀਰ ਨੇ ਸਖਤ ਤਸੀਹੇ ਦਿੱਤੇ ਸਨ ਅਤੇ ਮਰਵਾਇਆ ਸੀ ਅਤੇ ਇਸ ਗੁਰੂ ਦੇ ਪਿਤਾ ਨੂੰ ਔਰੰਗਜ਼ੇਬ ਨੇ ਦਿੱਲੀ ਵਿੱਚ ਸ਼ਰੇਆਮ ਕਤਲ ਕਰਵਾਇਆ ਹੈ। ਇਸ ਲਈ ਇਹ ਵੀ ਘੱਟ ਨਹੀਂ, ਔਰੰਗਜ਼ੇਬ ਦੀ ਸ਼ਾਹੀ ਤਾਕਤ ਨਾਲ ਇਹ ਗੁਰੂ ਜ਼ਰੂਰ ਟਕਰਾਏਗਾ। ਇਹ ਤਾਂ ਉਹਨਾਂ ਲੋਕਾਂ ਦੇ ਖਿਆਲ ਸਨ ਜਿਨ੍ਹਾਂ ਨੂੰ ਗੁਰੂ ਘਰ ਦੀ ਵਾਕਫੀਅਤ ਸੀ, ਪਰ ਅਣਜਾਣ ਉਸ ਦੇ ਉਲਟ ਕਿਆਫੇ ਲਾ ਰਹੇ ਸਨ ਕਿ ਔਰੰਗਜ਼ੇਬ ਇਸ ਗੁਰੂ ਨੂੰ ਛੱਡੇਗਾ ਨਹੀਂ। ਪਰ 10ਵੇਂ ਗੁਰੂ ਦੀ ਸ਼ਾਨ ਅਤੇ ਫੌਜੀ ਤਾਕਤ ਦਿਨ ਬ ਦਿਨ ਵੱਧ ਰਹੀ ਸੀ। ਅਗਲੇ ਸਾਲ ਹੀ ਇੱਕ ਹੋਰ ਅਸਚਰਜ ਘਟਨਾ ਹੋਈ। ਅਸਾਮ ਦਾ ਰਾਜਾ ਰਤਨ ਰਾਏ ਗੁਰੂ ਜੀ ਦੇ ਦਰਸ਼ਨਾਂ ਲਈ ਪੁੱਜਾ। ਰਤਨ ਰਾਏ ਗੁਰੂ ਤੇਗ ਬਹਾਦਰ ਜੀ ਦੇ ਵਰ ਨਾਲ ਜਨਮਿਆ ਸੀ ਅਤੇ ਇਸ ਦੇ ਮੱਥੇ ਉੱਤੇ ਗੁਰੂ ਤੇਗ ਬਹਾਦਰ ਜੀ ਦੀ ਮੋਹਰ ਦਾ ਨਿਸ਼ਾਨ ਸੀ, ਜੋ ਗੁਰੂ ਜੀ ਨੇ ਇਸ ਦੇ ਪਿਤਾ ਰਾਜਾ ਰਾਮ ਰਾਏ ਦੇ ਮੱਥੇ 'ਤੇ ਲਾ ਕੇ ਕਿਹਾ ਸੀ, ਤੇਰੇ ਘਰ ਇਸ ਨਿਸ਼ਾਨ ਵਾਲਾ ਪੁੱਤਰ ਪੈਦਾ ਹੋਵੇਗਾ। ਬੇ-ਔਲਾਦ ਨੂੰ ਚਿਰਾਂ ਮਗਰੋਂ ਪੁੱਤਰ ਦੀ ਦਾਤ ਪ੍ਰਾਪਤ ਹੋਈ, ਪਰ 2 ਕੁ ਸਾਲ ਮਗਰੋਂ ਰਾਮ ਰਾਏ ਮਰ ਗਿਆ ਅਤੇ ਉਸ ਦੀ ਥਾਂ ਉਸ ਦਾ ਪੁੱਤਰ ਰਤਨ ਰਾਏ ਰਾਜਾ ਬਣਿਆ। ਇਸ ਨੇ ਹੋਸ਼ ਸੰਭਾਲਦੇ ਹੀ ਜਦੋਂ ਸ਼ੀਸ਼ੇ ਵਿੱਚੋਂ ਆਪਣੇ ਮੱਥੇ 'ਤੇ ਇਸ ਨਿਸ਼ਾਨ ਨੂੰ ਵੇਖ ਕੇ ਮਾਂ ਨੂੰ ਪੁੱਛਿਆ ਕਿ ਇਹ ਕੀ ਹੈ, ਤਾਂ ਮਾਂ ਨੇ ਗੁਰੂ ਤੇਗ ਬਹਾਦਰ ਜੀ ਦੇ ਆਉਣ 'ਤੇ ਉਹਨਾਂ ਦੀ ਬਖਸ਼ਿਸ਼ ਅਤੇ ਵਰ ਨਾਲ ਉਸ ਦੇ ਜਨਮ ਹੋਣ ਦੀ ਸਾਖੀ ਉਸ ਨੂੰ ਪ੍ਰੇਮ ਨਾਲ ਸੁਣਾਈ। ਰਤਨ ਰਾਏ ਨੇ ਕਿਹਾ, ਮੈਂ ਵੀ ਉਹਨਾਂ ਦੇ ਦਰਸ਼ਨ ਕਰਾਂਗਾ। ਉਹ ਕਿੱਥੇ ਹਨ? ਪਰ ਉਹ ਆਪ ਤਾਂ ਇਸ ਸਮੇਂ ਹੈ ਨਹੀਂ। ਹਾਂ, ਉਹਨਾਂ ਦਾ ਸਾਹਿਬਜ਼ਾਦਾ ਉਹਨਾਂ ਦੀ ਥਾਂ ਪੰਜਾਬ ਵਿੱਚ ਗੁਰੂ ਹੈ। ਇਹ ਕਹਿ ਕੇ ਮਾਂ ਨੇ ਪਟਨੇ ਵਿੱਚ ਸਾਹਿਬਜ਼ਾਦਾ ਗੋਬਿੰਦ ਸਿੰਘ ਜੀ ਦੇ ਜਨਮ ਹੋਣ ਦੀ ਸਾਰੀ ਕਥਾ ਸੁਣਾਈ ਅਤੇ ਦੱਸਿਆ ਕਿ ਸਾਹਿਬਜ਼ਾਦਾ ਜੀ ਤੇਰੇ ਨਾਲੋਂ 2-3 ਸਾਲ ਹੀ ਵੱਡੇ ਹਨ। ਇਹ ਗੱਲ ਸੁਣ ਕੇ ਰਤਨ ਰਾਏ ਨੂੰ ਹੋਰ ਵੀ ਖਿੱਚ ਪੈਦਾ ਹੋ ਗਈ ਅਤੇ ਉਸ ਨੇ ਦਰਸ਼ਨ ਕਰਨ ਲਈ ਅਨੰਦਪੁਰ ਜਾਣ ਲਈ ਮਾਤਾ ਨੂੰ ਮਨਾ ਲਿਆ। ਸੰਮਤ 1737 ਵਿੱਚ ਜਦ ਉਹ 12 ਕੁ ਸਾਲਾਂ ਦਾ
ਉਮਰ ਦਾ ਸੀ। ਉਹ ਵੱਡੇ ਵਜ਼ੀਰ ਨੂੰ ਨਾਲ ਲੈ ਕੇ ਕੁਝ ਫੌਜ ਅਤੇ ਮਾਤਾ ਨੂੰ ਨਾਲ ਲੈ ਕੇ ਅਨੰਦਪੁਰ ਪੁੱਜਾ। ਇਸ ਨੇ ਗੁਰੂ ਜੀ ਨੂੰ ਭੇਟਾਂ ਦੇਣ ਲਈ ਬੜੀਆਂ ਅਦੁੱਤੀ ਵਸਤੂਆਂ ਨਾਲ ਲਿਆਂਦੀਆਂ। ਰਤਨ ਰਾਏ ਨੇ ਇੱਕ ਸਫੈਦ ਹਾਥੀ, ਜਿਸ ਦੇ ਸੁੰਡ ਤੋਂ ਸ਼ੁਰੂ ਹੋ ਕੇ ਪੂਛਲ ਦੇ ਅਖੀਰ ਤੱਕ ਕਾਲੀ ਧਾਰੀ ਸੀ, ਫਿਰ ਇਸ ਨੂੰ ਕਈ ਖੇਡਾਂ ਕਰਨੀਆਂ ਸਿਖਾਈਆਂ ਸਨ ਅਤੇ ਇਸ ਦਾ ਨਾਮ ਵੀ ਪ੍ਰਸਾਦੀ ਹਾਥੀ ਰੱਖਿਆ ਹੋਇਆ ਸੀ। ਇਸ ਨੂੰ ਤੋਰਨ ਫੇਰਨ ਲਈ ਮਹਾਤਵ ਦੀ ਲੋੜ ਨਹੀਂ ਸੀ ਅਤੇ ਇਹ ਇਸ਼ਾਰੇ ਨਾਲ ਹੀ ਸਭ ਹੁਕਮ ਮੰਨਦਾ ਸੀ। ਇਸ ਦੇ ਸਾਹਮਣੇ ਤੀਰ ਚਲਾਓ ਤਾਂ ਜਿੱਥੇ ਤੀਰ ਡਿੱਗੇ ਇਹ ਦੌੜ ਕੇ ਉੱਥੋਂ ਚੁੱਕ ਲਿਆਉਂਦਾ ਸੀ। ਜੋ ਚੀਜ਼ ਫੜਾਓ ਸੁੰਡ ਨਾਲ ਫੜ ਕੇ ਜਿੱਥੇ ਕਹੋ ਰੱਖ ਦਿੰਦਾ ਸੀ। ਇਸ ਤਰ੍ਹਾਂ ਹੋਰ ਵੀ ਕਈ ਖੇਡਾਂ ਕਰਦਾ ਸੀ, ਜਿਸ ਨੂੰ ਵੇਖ ਕੇ ਵੇਖਣ ਵਾਲਿਆਂ ਦੇ ਮਨ ਚੁਰਾਏ ਜਾਂਦੇ ਸਨ। ਰਤਨ ਰਾਏ ਇੱਕ 5 ਕਲਾ ਸ਼ਸਤਰ ਲਿਆਇਆ ਸੀ, ਜਿਸ ਦਾ ਬਟਨ ਦੱਬਣ ਨਾਲ ਬਰਛੀ, ਗੁਰਜ, ਤਲਵਾਰ, ਪਿਸਤੌਲ ਅਤੇ ਨੇਜਾ ਬਣ ਜਾਂਦਾ ਸੀ। ਇੱਕ ਚੰਨਣ ਦੀ ਚੌਂਕੀ ਲਿਆਂਦੀ, ਜਿਸ 'ਤੇ 4 ਬੜੀਆਂ ਸੁੰਦਰ ਪੁਤਲੀਆਂ ਬਣਾਈਆਂ ਹੋਈਆਂ ਸਨ। ਇੱਕ ਮੋਤੀਆਂ ਦੀ ਮਾਲਾ, ਇੱਕ ਜਿਗਾ ਕਲਗੀ ਅਤੇ ਹੋਰ ਵੀ ਕਈ ਭੇਟਾਂ ਲਿਆਇਆ ਸੀ। ਰਤਨ ਰਾਏ ਗੁਰੂ ਜੀ ਕੋਲ 5 ਮਹੀਨੇ ਰਿਹਾ ਅਤੇ ਗੁਰੂ ਜੀ ਦੇ ਕੌਤਕਾਂ ਨੂੰ ਵੇਖ ਵੇਖ ਕੇ ਚਕਿਰਤਿਕ ਅਤੇ ਪ੍ਰਸੰਨ ਹੁੰਦਾ ਰਿਹਾ। ਗੁਰੂ ਜੀ ਨੇ ਕਿਰਪਾ ਦ੍ਰਿਸ਼ਟੀ ਕਰਕੇ ਉਸ ਨੂੰ ਸਿੱਖੀ ਅਤੇ ਪੂਰਨ ਪਿਆਰ ਬਖਸ਼ਿਆ। ਔਰੰਗਜ਼ੇਬ ਤੋਂ ਡਰੇ ਹੋਏ ਗੁਰੂ ਜੀ ਦੀ ਸ਼ਰਨ ਵਿੱਚ ਔਰੰਗਜ਼ੇਬ ਨੇ ਜਿੱਥੇ ਬੁੱਤ ਸ਼ਿਕਨੀ ਵਿੱਚ ਸਭ ਤੋਂ ਵੱਧ ਕੰਮ ਕੀਤਾ, ਉੱਥੇ ਰਾਗ ਵਿਦਿਆ ਨੂੰ ਵੀ ਖਤਮ ਕਰਨ ਲਈ ਤੁਲ ਗਿਆ ਸੀ। ਅਕਬਰ, ਜਹਾਂਗੀਰ ਅਤੇ ਸ਼ਾਹਜਹਾਨ ਦੇ ਸਮੇਂ ਵਿੱਚ ਭਾਵੇਂ ਉਹ ਵੀ ਸ਼ਰ੍ਹਾਂ ਅਤੇ ਮੁਸਲਮਾਨੀ ਮਤ ਅਨੁਸਾਰ ਰਾਗ ਦੇ ਵਿਰੋਧੀ ਸਨ, ਪਰ ਇਸ ਦੇ ਬਾਵਜੂਦ ਵੀ ਉਹ ਇਸ ਮਹਾਨ ਆਰਟ ਦੇ ਵਿਰੋਧੀ ਨਾ ਬਣੇ, ਸਗੋਂ ਇਸ ਦਾ ਰਸ ਮਾਣਦੇ ਰਹੇ। ਪਰ ਔਰੰਗਜ਼ੇਬ ਦੇ ਸਮੇਂ ਰਾਗੀਆਂ ਅਤੇ ਰਾਗ ਦੇ ਮਾਹਿਰਾਂ ਨੂੰ ਇਨਾਮ ਦੀ ਥਾਂ ਮਾਰੇ ਜਾਣ ਦਾ ਖਤਰਾ ਪੈਦਾ ਹੋ ਗਿਆ ਸੀ। ਇਸ ਦੇ ਨਾਲ ਹੀ ਉਹ ਵਿਦਵਾਨ ਅਤੇ ਆਲਮ ਲੋਕਾਂ ਨੂੰ ਹਰ ਹਾਲਤ ਵਿੱਚ ਮੁਸਲਮਾਨ ਬਣਾਉਣ 'ਤੇ ਤੁਲ ਗਿਆ ਸੀ। ਸੋ ਗੁਰੂ ਜੀ ਦੇ ਦਰਬਾਰ ਵਿੱਚ 52 ਕਵੀ ਅਤੇ ਹੋਰ ਵੱਡੇ ਵੱਡੇ ਰਾਗਕਾਰਾਂ ਦਾ ਪਹੁੰਚ ਜਾਣਾ ਕੁਦਰਤੀ ਸੀ। ਗੁਰੂ ਘਰ ਨਿਥਾਵਿਆਂ ਦਾ ਥਾਮ ਸੀ। ਇਹ ਗੱਲ ਗੁਰੂ ਅਮਰਦਾਸ ਜੀ ਦੇ ਸਮੇਂ ਤੋਂ ਗੁਰੂ ਘਰ ਲਈ ਪ੍ਰਸਿੱਧ ਹੋ ਚੁੱਕੀ ਸੀ। ਸੋ ਵੱਡੇ ਵੱਡੇ ਵਿਦਵਾਨ, ਪੰਡਿਤ, ਗਵੱਈਏ ਅਤੇ ਰਾਗੀ ਗੁਰੂ ਜੀ ਦੇ ਦਰਬਾਰ ਵਿੱਚ ਪੁੱਜਣ ਲੱਗ ਗਏ। ਗੁਰੂ ਜੀ ਭਾਵੇਂ ਜੰਗੀ ਰੁਚੀਆਂ ਵਾਲੇ ਸਨ, ਪਰ ਇਹ ਰੁਚੀ ਤਾਂ ਸਮੇਂ ਅਨੁਸਾਰ ਸੀ ਅਤੇ ਬਾਕੀ ਰੁਚੀਆਂ ਨਾਮ ਬਾਣੀ ਦੇ ਰਸ ਮਾਨਣ ਦੀਆਂ ਸਨ। ਉਹ ਤਾਂ ਗੁਰੂ ਜੀ ਨੂੰ ਵਿਰਸੇ ਵਿੱਚ ਹੀ ਪ੍ਰਾਪਤ ਸਨ। ਇਸ ਲਈ ਗੁਰੂ ਜੀ ਦੇ ਦਰਬਾਰ ਵਿੱਚ ਗੁਣੀਆਂ ਦੀ ਵੱਡੀ ਕਦਰ ਸੀ। ਇਹ ਗੱਲ ਵੀ ਦੂਰ ਦੂਰ ਤੱਕ ਫੈਲ ਚੁੱਕੀ ਸੀ। ਗੁਰੂ ਜੀ ਦਾ ਨਿੱਤ ਕਰਮ ਤਾਂ ਇਹ ਰੈਗੂਲਰ ਘੜੀ ਦੇ ਚੱਲਣ ਵਾਂਗ ਸੀ। ਇਹ ਨੇਮ ਜਿਉਂ-ਜਿਉਂ ਆਪ 17-18 ਸਾਲਾਂ ਦੀ ਭਰ ਜਵਾਨੀ ਵਰ੍ਹਿਆਂ ਨੂੰ ਲੰਘ ਰਹੇ ਸਨ, ਹੋਰ ਪੱਕੇ ਹੁੰਦੇ ਜਾ ਰਹੇ ਸਨ। ਸਵੇਰੇ 3 ਪਹਿਰੇ ਜਾਗ ਕੇ ਇਸ਼ਨਾਨ ਕਰਕੇ ਪ੍ਰਭੂ ਨਾਲ ਇੱਕ-ਮਿੱਕ ਜੁੜ ਜਾਂਦੇ, ਸੁਰਤੀ ਦੇ ਮਾਰਗ ਪ੍ਰਭੂ ਜੀ ਦੀ ਹਜ਼ੂਰੀ ਦਾ ਆਨੰਦ ਮਾਣਦੇ। ਫਿਰ ਪਹੁ ਫੁਟਾਲੇ ਹੁੰਦੇ ਹੀ ਦਰਬਾਰ ਵਿੱਚ ਪੁੱਜਦੇ ਅਤੇ ਸੁਰੀਲੇ ਰਾਗਾਂ ਵਿੱਚ ਸ਼੍ਰੀ ਆਸਾਂ ਦੀ ਵਾਰ ਦਾ ਕੀਰਤਨ ਹੁੰਦਾ ਸੁਣਦੇ। ਕਈ ਚੰਗੇ ਰਾਗੀ ਮਗਰੋਂ ਹੋਰ ਸ਼ਬਦ ਕੀਰਤਨ ਕਰਕੇ ਰਾਗ ਅਤੇ ਸ਼ਬਦ ਦੀ ਲਿਵ ਵਿੱਚ ਸਰੋਤਿਆਂ ਨੂੰ ਜੋੜ ਦਿੰਦੇ। ਸ਼੍ਰੀ ਕਲਗੀਧਰ ਜੀ ਦੇ ਦਰਬਾਰ ਵਿੱਚ ਐਸੇ ਰਸ ਭਿੰਨੇ ਕੀਰਤਨ ਦੀਆਂ ਸ਼ਹਿਬਰਾਂ ਨਿੱਤ ਹੀ ਦੋਨੋਂ ਵਕਤ ਲੱਗਦੀਆਂ ਸਨ। ਦੋਵੇਂ ਵਕਤ ਹੀ ਖੁੱਲ੍ਹੇ ਲੰਗਰ ਵਰਤਾਏ ਜਾਂਦੇ, ਜਿਸ ਵਿੱਚ ਵੱਡਾ ਛੋਟਾ ਅਤੇ ਅਮੀਰ ਗਰੀਬ ਇੱਕ ਪੰਗਤ ਵਿੱਚ ਬੈਠ ਕੇ ਪ੍ਰਸ਼ਾਦ ਛਕਦੇ ਅਤੇ ਫਿਰ ਦੀਵਾਨ ਵਿੱਚ ਗੁਰੂ ਜੀ ਗੁਰ ਸ਼ਬਦਾਂ ਦੀ ਵਿਆਖਿਆ ਕਰਦੇ ਅਤੇ ਜੰਮਣ ਮਰਨ ਪ੍ਰਭੂ ਦੇ ਭਾਣੇ ਵਿੱਚ ਦੱਸ ਕੇ ਕੀਰਤਨ ਦੇ ਰਸੀਲੇ ਰੰਗ ਵਿੱਚ ਰੰਗੀਆਂ ਸੁਰਤਾਂ ਨੂੰ ਨਿਰਭੈ ਅਤੇ ਵੈਰਾਗੀ ਬਣਾ ਦਿੰਦੇ ਅਤੇ ਧਰਮ ਤੋਂ ਕੁਰਬਾਨ ਹੋਣ ਦੀ ਬਹੁਮੁੱਲੀ ਸਿੱਖਿਆ ਦਿੰਦੇ ਸਨ। ਸੋ ਇਸ ਤਰ੍ਹਾਂ ਦਾ ਗੁਰੂ ਜੀ ਦਾ ਨਿੱਤ ਦਾ ਪ੍ਰੋਗਰਾਮ ਸੀ, ਜਿਸ ਵਿੱਚ ਸ਼ਾਮਿਲ ਹੋਣ ਵਾਲੇ ਗੁਰਸਿੱਖਾਂ ਨੂੰ
ਆਪ ਤੋਂ ਆਪ ਹੀ ਸੱਚੀ ਸ਼ਰਧਾ, ਸੱਚਾ ਪ੍ਰੇਮ ਤੇ ਲਗਨ ਦਾ ਰੰਗ ਚੜ੍ਹ ਜਾਂਦਾ ਸੀ। ਗੁਰੂ ਜੀ ਦੇ ਹੁਕਮ ਤੋਂ ਕੁਰਬਾਨ ਤੇ ਜਾਨਾਂ ਨਿਸ਼ਾਵਰ ਕਰ ਦੇਣ ਦਾ ਖਿਆਲ ਤਰੰਗਾਂ ਮਾਰਨ ਲੱਗ ਪਿਆ ਸੀ। ਪਰ ਮਾਇਆ ਦੇ ਪਿਆਰੇ ਤੇ ਸਿਰਫ ਖਾਣ ਪੀਣ ਦੇ ਚਾਹਵਾਨ ਮਸੰਦਾਂ ਨੂੰ ਇਹ ਰੰਗ ਪਸੰਦ ਨਹੀਂ ਸੀ ਤੇ ਉਹ ਗੁਰੂ ਜੀ ਦੇ ਇਸ ਬੀਰ ਰਸੀ ਤੇ ਨਿਰਭੈਤਾ ਦੀ ਲਹਿਰ ਤੋਂ ਡਾਢੇ ਔਖੇ ਸਨ, ਪਰ ਵਿਚਾਰੇ ਬੇਵੱਸ ਸਨ। ਗੁਰੂ ਜੀ ਦੇ ਸਾਹਮਣੇ ਹੋ ਕੇ ਕੋਈ ਗੱਲ ਕਰਨ ਦੀ ਉਹਨਾਂ ਨੂੰ ਹਿੰਮਤ ਨਹੀਂ ਸੀ ਪੈਂਦੀ।